ਆਲਰੇਡੀ ਮੈਨੂੰ ਖਬਰਾਂ ਮਿਲ ਰਹੀਆਂ ਬੰਬੇ ਦੇ ਵਿੱਚ ਜਿਹੜੇ ਕੋਵਿਡ ਦੇ ਜਿਹੜੇ ਡੈਡੀਕੇਟਿਡ ਬੈੱਡ ਆ ਉਹ ਪੂਰੇ ਹੋ ਚੁੱਕੇ ਆ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਪੇਸ਼ੈਂਟਸ ਨੂੰ ਕਿੱਥੇ ਰੱਖਣਾ। ਜ਼ਿਆਦਾ ਵਰੀਡ ਹੈ ਕਿਉਂਕਿ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਟਿਊਬਰਕਲੋਸਿਸ ਜਿਹਨੂੰ ਆਪਾਂ ਟੀਬੀ ਕਹਿੰਦੇ ਆ, ਫੇਫੜਿਆਂ ਦਾ ਇਨਫੈਕਸ਼ਨ ਹੁੰਦਾ। ਉਹ ਡਰ ਰਿਹਾ ਵੀ ਜਦੋਂ ਕੋਵਿਡ ਟੀਬੀ ਵਾਲੇ ਪੇਸ਼ੈਂਟਾਂ ਨੂੰ ਹੋਏਗਾ, ਆਲਰੇਡੀ ਉਹ ਵਿਚਾਰੇ ਕਮਜ਼ੋਰ ਹੁੰਦੇ, ਆਲਰੇਡੀ ਉਹ ਦਵਾਈਆਂ 4 ਲੈ ਰਹੇ ਹੁੰਦੇ ਟੀਬੀ ਦੀਆਂ, ਵੀ ਉਹਨਾਂ ਦਾ ਕੀ ਹਸ਼ਰ ਹੋਊਗਾ। ਬਹੁਤ ਲੋਕਾਂ ਨੂੰ ਜਿਹੜੀ ਜਿੱਦਾਂ ਹੁਣ ਦੇਖੋ ਆਪਾਂ ਜਦੋਂ ਨਿਕਾਬ ਪਾਉਂਦੇ ਆ, ਬੁਰਖਾ ਪਾਉਂਦੇ ਆ, ਅਗਰ ਉਹਦੇ ਵਿੱਚ ਟੀਬੀ ਹੈਗੀ ਆ ਤੇ ਫਿਰ ਉਹਦੀ ਟਰਬਲ ਬਹੁਤ ਹੈਗੀ ਆ ਕਿਉਂਕਿ ਇਹ ਬਹੁਤ ਰੈਪਿਡਲੀ ਸਪਰੈਡ ਹੁੰਦਾ। ਹੁੱਕਾ ਜਿਹੜਾ ਹੈਗਾ ਇੱਕ ਦੂਜੇ ਦਾ ਪੀਣਾ, ਉਹਦਾ ਟੀਬੀ ਸਪਰੈਡ ਹੁੰਦਾ। ਸਾਡੇ ਕਲਚਰਲ ਪ੍ਰੈਕਟਿਸਿਸ ਬਹੁਤ ਐਬਨੋਰਮਲ ਹੈ ਕਈ ਕਲਚਰਸ ਦੇ, ਔਰ ਇਹ ਉਹਦੀ ਵਰੀ ਸੀ ਡਾਕਟਰ ਉਹਨਾਂ ਦੀ ਵੀ ਟੀਬੀ ਵਾਲਿਆਂ ਨੂੰ ਅਗਰ ਕੋਵਿਡ ਹੋਇਆ ਤਾਂ ਉਹਨਾਂ ਦਾ ਕੀ ਅਸਰ ਹੋਊਗਾ। ਹਿੰਦੁਸਤਾਨ ਦਾ ਜਿਹੜਾ ਹੈਲਥ ਰੈਗੂਲੇਸ਼ਨ ਆ ਉਹ ਆਪਾਂ ਕੈਨੇਡਾ ਦੇ ਨਾਲ ਨਹੀਂ ਕੰਪੇਅਰ ਸਕਦੇ ਕਿਉਂਕਿ ਸਾਡਾ ਯੂਨੀਵਰਸਲ ਹੈਲਥ ਕੇਅਰ ਆ, ਗਵਰਨਮੈਂਟ ਅੰਡਰਟੇਕ ਕਰਦੀ ਹੈ ਸਾਰੇ ਹਸਪਤਾਲਾਂ ਨੂੰ। ਹਿੰਦੁਸਤਾਨ 'ਚ 75% ਕੇਅਰ ਪ੍ਰਾਈਵੇਟ ਹਸਪੀਟਲ ਪ੍ਰੋਵਾਈਡ ਕਰਦੇ ਆ, ਲੇਕਿਨ ਜਿਹੜਾ ਕੋਵਿਡ ਦਾ ਜਿਹੜਾ ਸਿਲਸਿਲਾ ਹੈਗਾ ਉਹਦੇ 'ਚ ਪ੍ਰਾਈਵੇਟ ਹਸਪੀਟਲ ਨੂੰ ਇਜਾਜ਼ਤ ਨਹੀਂ ਹੈਗੀ ਵੀ ਕੋਵਿਡ ਦੇ ਪੇਸ਼ੈਂਟ ਕੇਅਰ ਕਰਨ ਵਾਸਤੇ। ਸੋ ਇੱਕ ਤਾਂ ਸਾਰਾ ਬਰਡਨ 25% ਜਿਹੜੇ ਪਬਲਿਕ ਫੰਡਡ ਹਸਪੀਟਲ ਆ ਉਹਨਾਂ ਦੇ ਉੱਤੇ ਆ ਰਿਹਾ, ਦੂਜਾ ਉਹਨਾਂ ਕੋਲ ਰਿਸੋਰਸਿਸ ਘੱਟ ਆ। ਹੁਣ ਜਿਹੜੀ ਜਿਸ ਤੇਜ਼ੀ ਦੇ ਨਾਲ ਇੰਡੀਆ ਦੇ ਵਿੱਚ ਕੇਸ ਵੱਧ ਰਹੇ ਆ, ਤੁਹਾਨੂੰ ਲੱਗਦਾ ਕਿ ਇਹ ਥੋੜੇ ਦਿਨਾਂ ਬਾਅਦ ਆਪਣੇ ਆਪ ਹੀ ਜਿੱਦਾਂ ਕੈਨੇਡਾ ਅਮਰੀਕਾ 'ਚ ਥੱਲੇ ਆ ਜਾਣਗੇ ਜਾਂ ਉੱਥੇ ਕੋਈ ਵੱਡਾ ਸੰਕਟ ਪੈਦਾ ਹੋ ਸਕਦਾ? ਉਹ ਕਹਿ ਰਹੇ ਵੀ ਅਜੇ ਜੂਨ ਦੇ ਵਿੱਚ ਹੋਰ ਜ਼ਿਆਦਾ ਕੇਸਿਸ ਹੋਣਗੇ। ਜੂਨ ਔਰ ਜੁਲਾਈ ਦਾ ਮਹੀਨਾ ਇੰਡੀਆ ਵਾਸਤੇ ਜਿਹੜਾ ਹੈਗਾ ਉਹ ਗੰਭੀਰ ਹੋਊਗਾ। ਸਾਈਕਲੋਨ ਹੈਗਾ ਅਹਿਮ, ਉਹ ਵੀ ਬੰਗਲਾਦੇਸ਼ ਤੇ ਵੈਸਟ ਬੰਗਾਲ ਦੀ ਖਾੜੀ 'ਚ ਜਿਹੜਾ ਹੈਗਾ 36 ਘੰਟੇ ਉਹਨੇ 240 ਤੋਂ 270 ਕਿਲੋਮੀਟਰ ਪਰ ਆਵਰ ਦੀ ਤੇਜ਼ ਦੇ ਨਾਲ ਹੋਣਾ। ਸੋ ਜਿੱਥੇ ਕੋਵਿਡ ਦਾ ਪਸਾਰਾ ਹਿੰਦੁਸਤਾਨ ਔਰ ਬੰਗਲਾਦੇਸ਼, ਉੱਤੋਂ ਇਹ ਸਾਈਕਲੋਨ ਜਿਹੜਾ ਹੈਗਾ ਤੂਫਾਨ, ਇਹ ਵੀ ਉਹਨਾਂ ਨੂੰ ਝੱਲਣਾ ਪੈਣਾ ਆਉਣ ਵਾਲੇ ਕੁਝ ਦਿਨਾਂ ਵਾਸਤੇ। ਬਿਲਕੁਲ ਸਹੀ ਆ ਜੋ ਤੁਸੀਂ ਸੈਕਿੰਡ ਕਿਹਾ ਵੀ ਸਾਲ 1.5 ਸਾਲ ਫਿਰ ਵੀ ਲੱਗੂਗਾ। ਜਿਹੜਾ ਨਾ ਵੈਕਸੀਨ ਆ ਉਹ ਜਦੋਂ ਹਿਊਮਨ ਟ੍ਰਾਇਲ 'ਚ ਹੁੰਦੀ, ਪਹਿਲਾਂ ਐਨੀਮਲ ਟ੍ਰਾਇਲ 'ਚ ਚੱਲਦੀ ਆ, ਫਿਰ ਹਿਊਮਨ ਟ੍ਰਾਇਲ 'ਚ ਹੁੰਦੀ ਆ, ਉਹਨੂੰ 3 ਫੇਜ਼ਸ ਤੇ ਲੰਘਣਾ ਪੈਂਦਾ। ਅਸੀਂ ਜੁੜਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਸ ਵੇਲੇ ਵਿਸ਼ਵ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਆ ਔਰ ਅਸੀਂ ਕਿੱਥੇ ਇਸ ਵੇਲੇ ਖੜੇ ਹਾਂ। ਵੈਕਸੀਨ ਦੀ ਕੀ ਅਪਡੇਟ ਆ, ਕਦੋਂ ਕਿ ਵੈਕਸੀਨ ਆਊਗੀ, ਇਸ ਵੇਲੇ ਇਹਦੇ ਲਈ ਕੀ ਹੈ? ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇੱਕ ਗੱਲ ਦੱਸੋ ਵੀ ਜੀ ਵੈਕਸੀਨ ਦੀ ਕੀ ਅਪਡੇਟ ਆ? ਕਦੇ ਤਾਂ ਅਸੀਂ ਖਬਰ ਪੜ੍ਹਦੇ ਹਾਂ ਉਹ ਕਹਿੰਦੇ ਜੀ ਹਿਊਮਨਸ ਦੇ ਉੱਤੇ ਟਰਾਇਲ ਹੋ ਗਿਆ, ਬਸ ਕੁਛ ਦਿਨਾਂ ਕੁ ਦੀ ਗੱਲ ਹੀ ਆ, ਇਹ ਸਮੇਂ ਤੋਂ ਪਹਿਲਾਂ ਆ ਜਾਣੀ ਆ, ਕੁਛ ਇੱਦਾਂ ਦੀਆਂ ਖਬਰਾਂ ਅਸੀਂ ਸੁਣ ਰਹੇ ਹਾਂ। ਕੁਛ ਕਹਿੰਦੇ ਵੀ ਇਹ ਸਾਲ 1.5 ਸਾਲ ਬਿਲਕੁਲ ਵੀ ਨਹੀਂ ਆਉਣੀ ਜੀ। ਬਿਲਕੁਲ ਸਹੀ ਆ ਜੋ ਤੁਸੀਂ ਸੈਕਿੰਡ ਕਿਹਾ ਵੀ ਸਾਲ 1.5 ਸਾਲ ਫਿਰ ਵੀ ਲੱਗੂਗਾ। ਜਿਹੜਾ ਨਾ ਵੈਕਸੀਨ ਆ ਉਹ ਜਦੋਂ ਹਿਊਮਨ ਟ੍ਰਾਇਲ 'ਚ ਹੁੰਦੀ, ਪਹਿਲਾਂ ਐਨੀਮਲ ਟ੍ਰਾਇਲ 'ਚ ਚੱਲਦੀ ਆ, ਫਿਰ ਹਿਊਮਨ ਟ੍ਰਾਇਲ 'ਚ ਹੁੰਦੀ ਆ, ਉਹਨੂੰ 3 ਫੇਜ਼ਸ ਤੇ ਲੰਘਣਾ ਪੈਂਦਾ ਜੀ। ਜਿਹੜੀ ਕੱਲ ਮੋਡਰਨਾ ਜਿਹੜੀ ਕੰਪਨੀ ਹੈਗੀ ਮੈਸਾਚੂਸਟ ਦੀ, ਉਹਨਾਂ ਨੇ ਖਬਰ ਦਿੱਤੀ ਸੀ, ਉਹ ਨਾ ਕਿਉਂਕਿ ਇਹ ਕੋਵਿਡ ਦਾ RNA ਵਾਇਰਸ ਹੈਗਾ, ਲੇਕਿਨ ਉਹਦੇ ਵਿੱਚ ਇੱਕ ਤੱਤ ਹੁੰਦਾ, ਉਹਨੂੰ ਕਹਿੰਦੇ ਮੈਸੇਂਜਰ, ਜਿਹੜਾ ਮੈਸੇਜ ਦੇਣ ਵਾਲਾ ਹੁੰਦਾ ਵੀ RNA ਆਪਣੇ ਆਪ ਨੂੰ ਕਿੱਦਾਂ ਮਲਟੀਪਲਾਈ ਕਰਨਾ, ਉਹਨੂੰ ਕਹਿੰਦੇ ਮੈਸੇਂਜਰ RNA। ਸੋ ਮੈਸੇਂਜਰ RNA ਨੰਬਰ ਹੈਗਾ 1273। ਉਹਦੇ ਬੇਸ ਦੇ ਉੱਤੇ ਵੈਕਸੀਨ ਇਹਨਾਂ ਨੇ ਬਣਾਈ ਸੀ ਵੀ ਉਹ ਮੈਸੇਜ ਨਾ ਦੇਵੇ ਕੋਵਿਡ ਨੂੰ ਤੇ ਕੋਵਿਡ ਆਪਣਾ RNA ਰੈਪਲੀਕੇਟ ਜਾਂ ਬਣਾ ਨਾ ਸਕੇ। ਸੋ ਇਹ ਜਿਹੜਾ ਪਹਿਲਾ ਫੇਜ਼ ਹੁੰਦਾ ਇਹ ਐਕਚੁਅਲੀ ਹੁੰਦਾ ਵੀ ਸੇਫਟੀ ਵਾਸਤੇ, ਵੀ ਵੈਕਸੀਨ ਸੇਫ ਹੈਗੀ ਹੈ ਕਿ ਨਹੀਂ ਹੈਗੀ। ਸੋ ਇਹਦੇ ਵਿੱਚ ਜਿਹੜਾ ਕਲੀਨਿਕਲ ਡੇਟਾ ਉਹ ਵੀ ਮੈਂ ਸ਼ੇਅਰ ਕਰੂੰਗਾ, ਲੇਕਿਨ ਸੇਫਟੀ ਦਾ ਉਹਨਾਂ ਨੇ ਦੇਖਿਆ ਵੀ ਮਾੜਾ ਜਿਹਾ ਜਿੱਥੇ ਟੀਕਾ ਲਾਈਦਾ ਉੱਥੇ ਲਾਲੀ ਹੁੰਦੀ ਆ, ਦਰਦ ਹੁੰਦਾ, ਬੁਖਾਰ ਇੱਕ ਅੱਧਾ ਦਿਨ ਰਹਿੰਦਾ, ਕਿਸੇ ਨੂੰ ਸਿਰ ਦਰਦ ਹੋਇਆ, ਲੇਕਿਨ ਕੋਈ ਜ਼ਿਆਦਾ ਕੰਪਲਿਕੇਸ਼ਨ ਨਹੀਂ ਹੋਏ। ਇਹ ਲਗਭਗ ਸਾਰੇ ਵੈਕਸੀਨ 'ਚ ਹੋ ਸਕਦੇ ਹੋ। ਇਹਦੇ 'ਚ ਉਹਨਾਂ ਨੇ ਬਹੁਤ ਹੈਲਦੀ ਨੌਜਵਾਨ 45 ਲੋਕ ਲਿੱਤੇ ਸੀ ਜਿਹੜੇ ਵੋਲੰਟੀਅਰ ਹੋ ਕੇ ਆਏ। ਉਹਦੇ 'ਚ ਕੋਈ ਮੈਡੀਕਲ ਸਟੂਡੈਂਟਸ ਵੀ ਸਨ ਤੇ ਉਹਨਾਂ ਦੇ ਵਿੱਚ ਉਹਨਾਂ ਨੇ 3 ਗਰੁੱਪ 'ਚ ਵੰਡਿਆ ਸੀ 15-15 ਦੇ।
ਤੇ ਉਹ ਤਿੰਨਾਂ ਨੂੰ ਵੱਖ-ਵੱਖ ਡੋਸੇਸ ਦਿੱਤੀਆਂ, ਕਿਸੇ ਨੂੰ 50 ਦਿੱਤੀ, ਕਿਸੇ ਨੂੰ 100 ਦਿੱਤੀ, ਕਿਸੇ ਨੂੰ 150 ਮਾਈਕਰੋਗ੍ਰਾਮ ਵੈਕਸੀਨ ਦਿੱਤੀ ਦੇਖਣ ਵਾਸਤੇ ਵੀ ਕਿਹੜਾ ਡੋਜ਼ ਠੀਕ ਰਹੂਗਾ। ਇਹ 6 ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ, ਫਿਰ ਮਹੀਨੇ ਬਾਅਦ ਉਹਨਾਂ ਨੂੰ ਇੱਕ ਬੂਸਟਰ ਡੋਜ਼ ਵੀ ਦਿੱਤਾ। ਜਦ ਉਹਨਾਂ ਨੇ ਦੇਖਿਆ ਦੋ ਕਿਸਮ ਦੀ ਐਂਟੀਬਾਇਓਟਿਕਸ ਹੁੰਦੀਆਂ, ਜਿੱਦਾਂ ਸਾਡੇ ਅੰਦਰ ਫੌਜ ਹੁੰਦੀ ਹੈ, ਇੱਕ ਹੁੰਦੀ ਹੈ ਬਾਈਂਡਿੰਗ ਜਿੱਦਾਂ ਵੀ ਪੁਲਿਸ ਵਾਲੀ ਫੋਰਸ ਹੁੰਦੀ ਆ ਵੀ ਤੁਹਾਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਾਏ। ਫਿਰ ਇੱਕ ਹੁੰਦੀ ਆ ਨਿਊਟਰਲਾਈਜ਼ਿੰਗ, ਜਿੱਦਾਂ ਹੁਣ ਕੋਰਟ ਦੇ ਵਿੱਚ ਪੇਸ਼ਗੀ ਹੁੰਦੀ ਆ, ਉਹਦੇ ਬਾਅਦ ਸਜ਼ਾ ਮਿਲਦੀ ਆ। ਨਿਊਟਰਲਾਈਜ਼ਿੰਗ ਹੁੰਦੀ ਹੈ ਜਿਹੜਾ ਵਿਨਾਸ਼ ਕਰਦਾ ਵਾਇਰਸ ਨੂੰ। ਸੋ ਉਹਨਾਂ ਨੇ ਦੇਖਿਆ ਵੀ 45 ਲੋਕਾਂ ਦੇ ਵਿੱਚ ਜਿਹੜੀ ਬਾਈਂਡਿੰਗ ਐਂਟੀਬਾਡੀ ਉਹ ਤੇ ਬਣਦੀ ਆ। ਉਹਨਾਂ ਨੇ ਨਾ ਸਿਰਫ 8 ਲੋਕੀ ਹੀ ਚੈੱਕ ਕੀਤੇ ਨਿਊਟਰਲਾਈਜ਼ਿੰਗ ਐਂਟੀਬਾਡੀ ਵਾਸਤੇ। ਸੋ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਹੈਗਾ ਵੀ ਉਹਨਾਂ ਨੇ 45 ਦੇ 45 ਕਿਉਂ ਨਹੀਂ ਚੈੱਕ ਕੀਤੇ, 8 ਦੇ ਵਿੱਚ ਚੈੱਕ ਕੀਤੀ, ਔਰ ਕਹਿੰਦੇ 8 ਦੇ ਵਿੱਚ 100% ਆਈ ਵੀ 8 ਦੇ ਵਿੱਚ ਉਹ ਨਿਊਟਰਲਾਈਜ਼ਿੰਗ ਐਂਟੀਬਾਡੀ ਵੀ ਸੀ। ਔਰ ਇਹ ਮੈਚ ਕਰਦਾ ਸੀ ਦੋਵੇਂ ਐਂਟੀਬਾਡੀਜ਼ ਜਿਨ੍ਹਾਂ ਨੂੰ ਨੈਚੁਰਲ ਕੋਰੋਨਾ ਵਾਇਰਸ ਤੋਂ ਇਨਫੈਕਸ਼ਨ ਹੋਇਆ, ਵੀ ਜਦੋਂ ਸਾਨੂੰ ਇਨਫੈਕਸ਼ਨ ਹੁੰਦਾ ਅਸੀਂ ਵੀ ਐਂਟੀਬਾਡੀ ਬਣਾਉਂਦੇ ਆ। ਸੋ ਉਹਦੀ ਦਰ, ਉਹਦੀ ਮਾਤਰਾ ਔਰ ਦੋ ਕਿਸਮ ਦੀ ਐਂਟੀਬਾਡੀਜ਼ ਆ ਉਹ ਬਿਲਕੁਲ ਸਹੀ ਬਣ ਰਹੀ ਸੀ ਜਿੱਦਾਂ ਨੈਚੁਰਲ ਇਨਫੈਕਸ਼ਨ 'ਚ ਹੁੰਦਾ। ਇਹਦਾ ਮਤਲਬ ਇਹ ਵੀ ਸਾਡਾ ਜਿਹੜਾ ਇਮਿਊਨ ਸਿਸਟਮ ਆ ਉਹ ਵੈਕਸੀਨ ਤੋਂ ਮੈਮਰੀ ਰੱਖਦਾ ਤੇ ਐਂਟੀਬਾਡੀ ਬਣਾਉਂਦਾ ਜੀ। ਲੇਕਿਨ ਇਹ ਪਹਿਲਾ ਫੇਜ਼ ਸੀ। ਹੁਣ ਮੈਂ ਦੱਸਦਾ ਫੇਜ਼ 2। ਅੱਛਾ, ਪਹਿਲਾ ਫੇਜ਼ ਅਗਰ ਗਲਤ ਹੋਏ ਤਾਂ ਉਹਨੂੰ ਫੇਜ਼ 2 'ਚ ਜਾਣ ਨਹੀਂ ਦਿੱਤਾ ਜਾਂਦਾ। ਸੋ ਇੱਥੇ ਹੁਣ ਇਹਨਾਂ ਨੂੰ ਮਾਨਤਾ ਮਿਲੀ ਆ ਵੀ ਇਹਨਾਂ ਨੇ ਜਾਣਾ ਫੇਜ਼ 2। ਫੇਜ਼ 2 ਦੇ ਵਿੱਚ ਇਹਨਾਂ ਨੇ ਲੈਣੇ 600 ਕੈਂਡੀਡੇਟ, ਉਹਦੇ ਵਿੱਚ ਅੱਧੇ ਰੱਖਣੇ ਆ 55 ਸਾਲ ਤੋਂ ਥੱਲੇ, ਅੱਧੇ ਰੱਖਣੇ ਆ 55 ਸਾਲ ਤੋਂ ਉੱਤੇ। ਇਹ ਫਿਰ ਵੱਡੀ ਟਰਾਇਲ ਹੋਏਗੀ ਵੀ ਇਹ 'ਚ ਵਾਕਈ ਹੁਣ ਦੇਖਦੇ ਆ ਵੀ ਕਿੱਦਾਂ ਬਣਦਾ ਵੀ ਬਜ਼ੁਰਗਾਂ ਦੇ ਵਿੱਚ ਤੇ ਯੰਗ ਹੈਲਦੀ ਐਡਲਟਸ 'ਚ। ਜਦ ਇਹ ਸਕਸੈਸਫੁਲ ਹੋਇਆ, ਇਹਨੂੰ ਲੱਗਣੇ 3 ਮਹੀਨੇ, ਫਿਰ ਉਹਨਾਂ ਨੂੰ ਮਨਜ਼ੂਰੀ ਮਿਲਣੀ ਹੈ ਫੇਜ਼ 3 ਦੀ। ਫੇਜ਼ 3 'ਚ ਘੱਟ ਤੋਂ ਘੱਟ ਉਹਨਾਂ ਨੂੰ 3000 ਰਿਕਰੂਟਸ ਲੈਣੇ ਪੈਣੇ ਆ ਵੱਖ-ਵੱਖ ਕੰਟਰੀ 'ਚ। ਫਿਰ ਉਹਨਾਂ ਨੂੰ ਦੇਖਣਾ ਪੈਣਾ ਐਕਸਪੋਜ਼ ਕਰਕੇ ਵੀ ਵਾਕਈ ਹੀ ਇਹ ਪ੍ਰੋਟੈਕਟ ਕਰਦੀ ਕਿ ਨਹੀਂ ਕਰਦੀ। ਸੋ ਇਹ ਸਾਰੇ ਮੁਜੱਸਮੇ ਨੂੰ 12 ਤੋਂ 18 ਮਹੀਨੇ ਲੱਗਣੇ ਆ, ਕਿਉਂਕਿ ਉਹਦੇ ਬਾਅਦ ਫਿਰ ਉਹਨਾਂ ਨੂੰ ਪੀਅਰ ਰਿਵਿਊ ਦੇ ਜਾਣਾ ਪੈਂਦਾ। ਜਿੱਦਾਂ ਹੁਣ ਖਬਰ ਤਾਂ ਕੱਲ ਬਹੁਤ ਹੰਗਾਮੇ ਵਾਲੀ ਸੀ, ਲੇਕਿਨ ਅਗਰ ਆਪਾਂ ਪੀਅਰ ਰਿਵਿਊ 'ਚ ਦੇਖੀਏ ਤੇ 45 ਦੇ ਵਿੱਚੋਂ ਸਿਰਫ ਉਹਨਾਂ ਨੇ 8 ਦੇ ਵਿੱਚ ਨਿਊਟਰਲਾਈਜ਼ਿੰਗ ਐਂਟੀਬਾਡੀ ਕਿਉਂ ਚੈੱਕ ਕੀਤੀਆਂ, 45 ਦੇ 45 ਕਰਨੇ ਚਾਹੀਦੇ ਸੀ। ਸੋ ਕਿੰਤੂ ਪਰੰਤੂ ਹੁੰਦਾ ਰਹਿੰਦਾ। ਉਹਦੇ ਬਾਅਦ ਮਾਨਤਾ ਮਿਲਦੀ ਆ, ਮਾਨਤਾ ਤੋਂ ਬਾਅਦ ਮਾਸ ਪ੍ਰੋਡਕਸ਼ਨ ਹੁੰਦਾ, ਮਾਸ ਪ੍ਰੋਡਕਸ਼ਨ ਤੋਂ ਬਾਅਦ ਤੇਰੇ ਫਰੰਟ ਲਾਈਨ ਵਰਕਰਸ ਆ ਜਿਹੜੇ ਐਟ ਰਿਸਕ ਵਰਕਰ ਹੈਗੇ, ਜਿਹੜੇ ਹਸਪੀਟਲਾਂ 'ਚ ਕੰਮ ਕਰਦੇ ਆ, ਜਿਹੜੇ ਐਟ ਰਿਸਕ ਪੋਪੂਲੇਸ਼ਨ ਹੈ, ਰੈਸੀਡੈਂਸ਼ੀਅਲ ਕੇਅਰ ਹੋਮ, ਬਜ਼ੁਰਗ ਜਾਂ ਜਿਨ੍ਹਾਂ ਨੂੰ ਮਲਟੀਪਲ ਹੈਲਥ ਪ੍ਰੋਬਲਮ ਹੈ, ਉਹਨਾਂ ਨੂੰ ਪਹਿਲਾਂ ਦਿੱਤੀ ਜਾਂਦੀ ਆ, ਬਾਅਦ 'ਚ ਦੂਜਿਆਂ ਦੀ ਵਾਰੀ ਆਉਂਦੀ ਆ। ਦੂਜੀ ਗੱਲ ਜਿਹੜੀ ਇਹਦੇ ਵਿੱਚ ਆਈ ਆ ਵੀ ਨਿਊਟਰਲਾਈਜ਼ਿੰਗ ਐਂਟੀਬਾਡੀਜ਼, ਜਿਹੜਾ ਸਾਰਸ ਹੋਇਆ ਸੀ ਅੱਜ ਤੋਂ ਕਰੀਬਨ 18 ਸਾਲ ਪਹਿਲਾਂ, ਉਹਦੀ ਜਿਹੜੀ ਐਂਟੀਬਾਡੀਜ਼ ਆ ਉਹ ਵੀ ਲੈਬ 'ਚ ਪੈਰਿਸ ਤੋਂ ਰਿਪੋਰਟ ਆ ਰਹੀ ਆ ਵੀ ਕਰੋਨਾ ਵਾਇਰਸ ਨੂੰ ਖਤਮ ਕਰਕੇ ਨਿਊਟਰਲਾਈਜ਼ ਕਰ ਸਕਦੀ ਆ। ਸੋ ਇੱਕ ਕਿਸਮ ਦਾ ਉਹ ਵੀ ਇੱਕ ਟੂਲ ਹੈਗਾ, ਲੇਕਿਨ ਉਹਨੂੰ ਡਿਵੈਲਪ ਕਰਨ 'ਚ ਟਾਈਮ ਲੱਗੂਗਾ। ਉਹ ਵੀ ਫਿਰ ਜਿਹੜੇ ਫਰੰਟ ਲਾਈਨ ਕੰਮ ਕਰ ਰਿਹਾ ਉਹਨਾਂ ਤੇ ਹੀ ਲਗਭਗ ਇਸਤੇਮਾਲ ਕੀਤਾ ਜਾਊਗਾ ਮੁੱਢਲੇ ਦਿਨਾਂ 'ਚ। ਹੁਣ ਨਾ ਕਾਫੀ ਮੈਨੂੰ ਪਿਛਲੇ ਹਫ਼ਤੇ ਔਰ ਇਸ ਹਫ਼ਤੇ ਵੀ ਫੋਨ ਆ ਰਹੇ ਆ, ਜਿਹੜੇ ਨਿੱਕੇ ਬੱਚੇ ਆ ਵੀ ਉਹਨਾਂ ਦੇ ਟੀਕੇ ਜਾਰੀ ਰਹਿਣੇ ਚਾਹੀਦੇ ਆ ਕਿ ਹੁਣ ਆਪਾਂ 2 ਮਹੀਨੇ ਜਿਹੜੇ ਹੈਗੇ ਆ। ਹੁਣ ਕਈ ਪੈਰੈਂਟਸ ਨੂੰ ਨੌਲੇਜ ਨਹੀਂ ਸੀ, ਉਹਨਾਂ ਨੇ ਟੀਕਾ ਲਵਾਉਣ ਵੀ ਨਹੀਂ ਗਏ ਬੱਚਿਆਂ ਨੂੰ। ਦੇਖੋ, ਜਿਹੜਾ ਤੁਹਾਡਾ ਵੈਕਸੀਨੇਸ਼ਨ ਹੈ ਬੱਚਿਆਂ ਦਾ ਉਹ ਬਿਲਕੁਲ ਸਹੀ ਟਾਈਮ ਤੇ ਚੱਲਦਾ ਹੀ ਰਹਿਣਾ ਚਾਹੀਦਾ, ਕਿਉਂਕਿ ਉਹ ਜਿਹੜੇ ਦੂਜੇ ਰੋਗ ਆ ਜਿੱਦਾਂ ਖਸਰਾ ਹੋ ਗਿਆ, ਕੰਨ ਪੇੜੇ ਹੋ ਗਏ, ਜਿੱਦਾਂ ਪੋਲੀਓ ਆ, ਜਿੱਦਾਂ ਮੈਨੇਜਾਈਟਿਸ ਆ, ਜਾਂ ਜੋ ਵੀ ਡਿਫਥੇਰੀਆ, ਜੋ ਵੀ ਅਸੀਂ ਦਿੰਦੇ ਆ ਉਸ ਤੋਂ ਤੁਹਾਡੇ ਬੱਚਿਆਂ ਨੂੰ ਪ੍ਰੋਟੈਕਸ਼ਨ ਚਾਹੀਦੀ ਆ। ਸੋ ਹੈਲਥ ਯੂਨਿਟ ਖੁੱਲੇ ਆ, ਅਗਰ ਤੁਸੀਂ ਨਰਸਿਸ ਤੋਂ ਲਵਾਉਂਦੇ ਆ ਤੇ ਜੀ ਸਦਕੇ ਉੱਥੇ ਜਾਓ। ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਜਦੋਂ ਇਹ ਪੂਰਾ ਖਤਮ ਹੋਏਗਾ ਉਹਦੇ ਬਾਅਦ ਹੀ ਸ਼ੁਰੂ ਕਰਨਾ, ਜਾਂ ਕਈ ਫੈਮਿਲੀ ਡਾਕਟਰ ਵੀ ਲਾਉਂਦੇ ਆ। ਤੁਸੀਂ ਆਪਣੇ ਫੈਮਿਲੀ ਡਾਕਟਰ ਦੇ ਨਾਲ ਵੀ ਫੋਨ ਕਰਕੇ ਸਲਾਹ ਕਰ ਸਕਦੇ ਆ, 811 'ਚ ਵੀ ਕਾਲ ਕਰ ਸਕਦੇ ਆ। ਸੋ ਇਹ ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਹੈਗਾ ਵੀ ਵੈਕਸੀਨੇਸ਼ਨ ਬੱਚਿਆਂ ਦਾ ਉਹ ਜਾਰੀ ਰਹਿਣਾ ਚਾਹੀਦਾ। ਜਦ ਅੱਜ ਚੀਜ਼ਾਂ ਖੁੱਲੀਆਂ ਬ੍ਰਿਟਿਸ਼ ਕੋਲੰਬੀਆ 'ਚ, ਤੇ ਜਿਹੜੀ ਇਲੈਕਟਿਵ ਸਰਜਰੀ ਆ ਉਹ ਵੀ ਖੋਲੀ ਗਈ ਆ, ਥੋੜੇ ਡੈਂਟਲ ਆਫਿਸਿਸ ਵੀ ਖੁੱਲੇ ਆ, ਹੋਰ ਅਦਾਰੇ ਵੀ ਖੁੱਲੇ ਆ। 3 ਪ੍ਰੋਵਿੰਸ ਕਹਿ ਲਓ ਵੀ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਸਸਕੈਚੁਅਨ, ਇਹ ਥੋੜਾ ਮਤਲਬ ਖੁੱਲਣ 'ਚ ਅਗਾਂਹ ਹੈਗੇ ਆ। ਦੂਜੇ ਪ੍ਰੋਵਿੰਸ 'ਚ ਫਿਰ ਵੀ ਥੋੜੀ ਜਿਹੀ ਰੈਸਟ੍ਰਿਕਸ਼ਨਸ ਚੱਲ ਰਹੀ ਆ। ਹੁਣ ਸਕੂਲ ਦਾ ਮਸਲਾ, ਫਿਰ ਪੈਰੈਂਟਸ ਜਿਹੜੇ ਹੈਗੇ ਆ ਉਹ 50-50 ਡਿਵਾਈਡਡ ਆ। ਬ੍ਰਿਟਿਸ਼ ਕੋਲੰਬੀਆ 'ਚ ਮਾਨਯੋਗ ਪ੍ਰੀਮੀਅਰ ਸਾਹਿਬ ਨੇ ਤੇ ਮਿਨਿਸਟਰ ਆਫ ਐਜੂਕੇਸ਼ਨ ਉਹਨਾਂ ਨੇ ਕਿਹਾ ਵੀ 1 ਜੂਨ ਤੋਂ ਕਰੀਬਨ 4 ਹਫ਼ਤੇ ਤੱਕ ਕਲਾਸਿਸ ਚੱਲਣਗੀਆਂ। ਲੇਕਿਨ ਉਹਨਾਂ ਨੇ ਨਿੱਕੇ ਬੱਚੇ ਜਿਹੜੇ ਹੈਗੇ ਆ, ਜਿਹੜੇ 6ਵੀਂ ਤੋਂ ਥੱਲੇ ਹੈਗੇ ਆ, ਉਹਨਾਂ ਨੂੰ ਕਿਹਾ ਸੀ ਵੀ
ਹਫਤੇ 'ਚ 2 ਵਾਰੀ ਜਾਣਗੇ ਵੀ 50% ਕੈਪੈਸਿਟੀ। ਜਿਹੜੇ ਉਸ ਤੋਂ ਵਧੇਰੀ ਕਲਾਸਿਸ ਆ ਉਹ ਹਫਤੇ 'ਚ 1 ਵਾਰੀ ਜਾਣਗੇ ਵੀ 20% ਕੈਪੈਸਿਟੀ। ਸੋ ਉਹਦੇ ਜਦੋਂ ਇੱਕ ਤਾਂ ਪਹਿਲੀ ਗੱਲ ਇਹ ਕੰਪਲਸਰੀ ਨਹੀਂ ਆ, ਇਹ ਮਾਪੇ ਇਹਨੂੰ ਰਿਜੈਕਟ ਵੀ ਕਰ ਸਕਦੇ ਆ, ਆਨਲਾਈਨ ਕੋਰਸ ਜਿੱਦਾਂ ਹੁਣ ਮਿਲ ਰਿਹਾ ਜਾਰੀ ਰੱਖ ਸਕਦੇ ਆ ਜੀ। ਬੱਚਾ ਜਦੋਂ ਜਾਊਗਾ ਉਹਨੂੰ ਹੱਥ ਧੋਣੇ ਪੈਣਗੇ ਕੰਪਲਸਰੀ ਸਕੂਲੇ, ਔਰ ਸਕੂਲਾਂ ਦੇ ਵਿੱਚ ਪਾਣੀ ਔਰ ਸਾਬਣ ਮੁਹੱਈਆ ਕੀਤਾ ਗਿਆ। ਇਹਦੇ ਵਿੱਚ ਉਹਨਾਂ ਨੇ ਆਲਰੇਡੀ ਕਲਾਸ ਦੇ ਜਿਹੜੇ ਡੈਸਕ ਜਾਂ ਕੁਰਸੀਆਂ 6-8 ਫੁੱਟ ਦੂਰ ਰੱਖੀਆਂ। ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਫਿਜ਼ੀਕਲ ਡਿਸਟੈਂਸ ਔਰ ਹਾਈਜੀਨ। ਕਈ ਪੈਰੈਂਟਸ ਕਹਿੰਦੇ ਸੀ ਵੀ ਮਾਸਕ ਕੰਪਲਸਰੀ ਕਰੋ, ਮਾਸਕ ਕੰਪਲਸਰੀ ਨਹੀਂ ਆ, ਲੇਕਿਨ ਜਿਹੜਾ ਬੱਚਾ ਲਾ ਕੇ ਆਉਣਾ ਚਾਹੀਦਾ ਉਹ ਲਾ ਕੇ ਆ ਸਕਦਾ। ਸੋ ਆਪਣਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਵੀ ਬੱਚਾ ਲੈ ਕੇ ਆ ਸਕਦਾ। ਕਿਸੇ ਨੇ ਗਲਵ ਪਾ ਕੇ ਆਉਣੇ ਉਹ ਵੀ ਆ ਪਾ ਕੇ ਆ ਸਕਦਾ ਜੀ ਸਦਕੇ। ਇਹ ਇਸ ਲਈ ਜ਼ਰੂਰੀ ਸਮਝਿਆ ਗਿਆ ਸੀ ਜਿਹੜੇ ਐਜੂਕੇਸ਼ਨ ਦੇ ਮਾਹਿਰ ਹੈ, ਭਾਵੇਂ ਇਹ 4 ਹਫ਼ਤੇ ਚੱਲਣਾ ਪ੍ਰੋਗਰਾਮ, ਕਿਉਂਕਿ ਬੱਚੇ ਦੂਜੇ ਬੱਚੇ ਦੇ ਇੰਟਰੈਕਸ਼ਨ ਮੰਗਦੇ ਆ, ਕਿਉਂਕਿ ਉਹਨਾਂ ਦੀ ਮਿੱਤਰਤਾ ਹੁੰਦੀ ਆ। ਹੁਣ 2 ਮਹੀਨੇ ਹੋ ਗਏ ਕਿਸੇ ਦੋਸਤ ਮਿੱਤਰ ਨਾਲ ਉਹ ਰੂਬਰੂ ਨਹੀਂ ਹੋਏ, ਭਾਵੇਂ ਵਰਚੁਅਲੀ ਥੋੜਾ ਬਹੁਤ ਹੁੰਦੇ ਸੀ, ਲੇਕਿਨ ਫਿਜ਼ੀਕਲੀ ਰੂਬਰੂ ਹੋਣਾ ਅਲੱਗ ਹੁੰਦਾ। ਦੂਜਾ ਉਹਨਾਂ ਦਾ ਟੀਚਰਾਂ ਦੇ ਨਾਲ ਸੰਪਰਕ ਨਹੀਂ ਹੋਣਾ। ਤੀਜੀ ਗੱਲ ਵੀ ਜਦ ਹੁਣ ਸਕੂਲ ਸਿਸਟਮ ਫਿਨਿਸ਼ ਹੋ ਜਾਣਾ ਜੂਨ ਦੇ ਐਂਡ, ਉਹਦੇ ਨਾਲ ਫਿਰ ਉਹ ਆਪਣੇ ਫਰੈਂਡਸ ਨੂੰ, ਟੀਚਰਾਂ ਨੂੰ ਗੁੱਡ ਬਾਏ ਵੀ ਕਹਿ ਸਕਦੇ ਆ। ਔਰ ਸੈਪਟੰਬਰ 'ਚ ਮੈਨੂੰ ਲੱਗਦਾ ਵੀ ਵੱਡੀ ਮਾਤਰਾ 'ਚ ਸਕੂਲ ਹੋਰ ਜਿੱਦਾਂ ਪਹਿਲਾਂ ਨਾਰਮਲ ਹੁੰਦੇ ਸੀ ਇਦਾਂ ਖੋਲੇ ਜਾਣਗੇ। ਵਰਲਡ ਵਾਈਡ ਜਿਹੜਾ ਹੈਗਾ ਹੁਣ ਰਸ਼ੀਆ 'ਚ ਨੰਬਰ ਬਹੁਤ ਵੱਧਦਾ ਜਾ ਰਿਹਾ, ਲੇਕਿਨ ਮੌਤਾਂ ਉੱਥੇ ਘੱਟ ਨੇ। ਬ੍ਰਾਜ਼ੀਲ 'ਚ ਨੰਬਰ ਵਧਿਆ, ਮੌਤਾਂ ਵੀ ਵੱਧ ਰਹੀਆਂ। ਮੈਂ ਕੱਲ ਵੀ ਅੱਜ ਵੀ ਬੰਬੇ ਫੋਨ ਕੀਤਾ ਸੀ, ਬਹੁਤ ਜ਼ਿਆਦਾ ਕੇਸਿਸ ਆ ਰਹੇ ਆ। 31 ਮਈ ਤੱਕ ਮਹਾਰਾਸ਼ਟਰ ਲਾਕਡਾਊਨ 'ਚ ਹੈਗਾ, ਔਰ ਜ਼ਿਆਦਾ ਸਲਮ ਏਰੀਆ ਜਿਹੜਾ ਧਰਾਵੀ ਉਸ ਤੋਂ ਆ ਰਿਹਾ। ਦੂਜਾ ਜਿਹੜਾ ਸਾਈਕਲੋਨ ਹੈਗਾ ਅਹਿਮ, ਉਹ ਵੀ ਬੰਗਲਾਦੇਸ਼ ਤੇ ਵੈਸਟ ਬੰਗਾਲ ਦੀ ਖਾੜੀ 'ਚ ਜਿਹੜਾ ਹੈਗਾ 36 ਘੰਟੇ ਉਹਨੇ 240 ਤੋਂ 270 ਕਿਲੋਮੀਟਰ ਪਰ ਆਵਰ ਦੀ ਤੇਜ਼ ਦੇ ਨਾਲ ਹੋਣਾ। ਸੋ ਜਿੱਥੇ ਕੋਵਿਡ ਦਾ ਪਸਾਰਾ ਹਿੰਦੁਸਤਾਨ ਔਰ ਬੰਗਲਾਦੇਸ਼, ਉੱਤੋਂ ਇਹ ਸਾਈਕਲੋਨ ਜਿਹੜਾ ਹੈਗਾ ਤੂਫਾਨ, ਇਹ ਵੀ ਉਹਨਾਂ ਨੂੰ ਝੱਲਣਾ ਪੈਣਾ ਆਉਣ ਵਾਲੇ ਕੁਝ ਦਿਨਾਂ ਵਾਸਤੇ। ਬਾਕੀ ਤੇ ਦੇਖੋ ਅੱਜ ਜਿਹੜੀ ਚੀਜ਼ਾਂ ਖੁੱਲੀਆਂ, ਅਗਰ ਆਪਾਂ ਆਖੀਏ ਅੱਜ ਸਿਰਫ ਡੀਸੀ 'ਚ 2 ਹੀ ਕੇਸਿਸ ਸੀ, ਕੱਲ 8 ਸੀ, ਪਰਸੋਂ 8 ਸੀ। ਸੋ ਨੰਬਰ ਲਗਾਤਾਰ ਥੱਲੇ ਆ ਰਿਹਾ। BC 'ਚ 75% ਜਿਹੜੇ ਕੋਵਿਡ ਵਾਲੇ ਰਾਜੀ-ਬਾਜੀ ਹੋ ਗਏ। 325 ਐਕਟਿਵ ਕੇਸਿਸ ਆ, ਹਸਪੀਟਲ 'ਚ 45 ਆ, ਸਿਰਫ 12 ICU 'ਚ ਆ। ਜ਼ਿਆਦਾ ਓਨਟੇਰੀਓ 'ਚ ਹੈਗਾ, ਔਰ ਥੋੜਾ ਮਤਲਬ ਕਹਾਂਗੇ ਵੀ ਕਿਊਬੈਕ 'ਚ ਸਭ ਤੋਂ ਜ਼ਿਆਦਾ ਆ। ਸੋ ਬਾਕੀ ਪ੍ਰੋਵਿੰਸ ਤੇ ਬਿਲਕੁਲ ਠੀਕ ਲੰਘ ਰਹੇ। ਲੇਕਿਨ ਹੁਣ ਜਿਹੜੀਆਂ ਸਾਡੀ ਹਰਕਤਾਂ ਹੈਗੀਆਂ ਅੱਜ ਤੋਂ, ਮੇਰੀ ਮੁਰਾਦ ਆ 19 ਤਰੀਕ ਤੋਂ, ਆਉਣ ਵਾਲੇ 2-3 ਹਫ਼ਤੇ, ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹ ਜਿਹੜਾ ਖੁੱਲ ਹੋਇਆ ਇਹਦੇ ਨਾਲ ਨੰਬਰ ਵਧੇ ਕਿ ਨਹੀਂ ਵਧੇ। ਅਗਰ ਨੰਬਰ ਨਹੀਂ ਵਧਦੇ ਤਾਂ ਫੇਜ਼ 3 'ਚ ਜਾਇਆ ਜਾਏਗਾ, ਜਿਹਦੇ ਵਿੱਚ ਖੁੱਲ ਥੋੜੀ ਹੋਰ ਜ਼ਿਆਦਾ ਜਿੱਤੀ ਜਾਏਗੀ। ਡਾਕਟਰ ਸਾਹਿਬ, ਇਹਦੇ ਨਾਲ ਹੀ ਥੋੜੀ ਜਿਹੀ ਜਾਣਕਾਰੀ ਤੁਸੀਂ ਜ਼ਿਕਰ ਕੀਤਾ ਇੰਡੀਆ ਦਾ, ਉੱਥੇ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਚਾਹੁੰਦਾ। ਲੱਖ ਦੇ ਕਰੀਬ ਉੱਥੇ ਕੇਸ ਹੋ ਚੁੱਕੇ ਆ, ਕਈ ਥਾਵਾਂ ਦੇ ਉੱਤੇ ਲਗਾਤਾਰ ਵੱਧ ਰਹੇ ਆ। ਤੁਸੀਂ ਕੈਨੇਡਾ ਤੇ US ਦੇ ਬਾਰੇ ਵੀ ਜਾਣਦੇ ਹੋ, ਬੜੇ ਐਡਵਾਂਸ ਦੇਸ਼ ਆ। ਇੱਥੇ ਕਿਸ ਤਰ੍ਹਾਂ ਦਾ ਇਨਫਰਾਸਟਰਕਚਰ ਆ, ਕਿੰਨੇ ਹਸਪੀਟਲ ਸੀਗੇ, ਪਰ ਜਿੰਨੇ ਕੇਸਿਸ ਇੱਥੇ ਆਏ ਇੱਕ ਵੇਲੇ ਫਿਕਰ ਲੱਗ ਗਿਆ ਸੀ ਕਿ ਇਹ ਹਸਪਤਾਲ ਵੀ ਥੋੜ੍ਹੇ ਪੈ ਗਏ। ਇੰਡੀਆ ਦੇ ਵਿੱਚ 25,000 ਜਿਹੜਾ ਸਰਕਾਰੀ ਹਸਪਤਾਲ ਆ, 43,000 ਪ੍ਰਾਈਵੇਟ ਆ, 70,000 ਦੇ ਕਰੀਬ ਉੱਥੇ ਟੋਟਲ ਹਸਪਤਾਲ ਹੈਗੇ, ਜਿਨ੍ਹਾਂ ਦੇ ਵਿੱਚ 19 ਲੱਖ ਬੈੱਡ ਆ। ਹੁਣ ਜਿਹੜੀ ਜਿਸ ਤੇਜ਼ੀ ਦੇ ਨਾਲ ਇੰਡੀਆ ਦੇ ਵਿੱਚ ਕੇਸ ਵੱਧ ਰਹੇ ਆ, ਤੁਹਾਨੂੰ ਲੱਗਦਾ ਕਿ ਇਹ ਥੋੜੇ ਦਿਨਾਂ ਬਾਅਦ ਆਪਣੇ ਆਪ ਹੀ ਜਿੱਦਾਂ ਕੈਨੇਡਾ ਅਮਰੀਕਾ 'ਚ ਥੱਲੇ ਆ ਜਾਣਗੇ, ਜਾਂ ਉੱਥੇ ਕੋਈ ਵੱਡਾ ਸੰਕਟ ਪੈਦਾ ਹੋ ਸਕਦਾ? ਜਿੱਦਾਂ ਡਾਕਟਰ ਰਾਜਦੀਪ ਗੁਲੇਰੀਆ, ਜਿਹੜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ, ਉਹ ਕਹਿ ਰਹੇ ਵੀ ਅਜੇ ਜੂਨ ਦੇ ਵਿੱਚ ਹੋਰ ਜ਼ਿਆਦਾ ਕੇਸਿਸ ਹੋਣਗੇ। ਜੂਨ ਔਰ ਜੁਲਾਈ ਦਾ ਮਹੀਨਾ ਇੰਡੀਆ ਵਾਸਤੇ ਜਿਹੜਾ ਹੈਗਾ ਉਹ ਗੰਭੀਰ ਹੋਊਗਾ। ਆਲਰੇਡੀ ਮੈਨੂੰ ਖਬਰਾਂ ਮਿਲ ਰਹੀਆਂ ਬੰਬੇ ਦੇ ਵਿੱਚ ਜਿਹੜੇ ਕੋਵਿਡ ਦੇ ਜਿਹੜੇ ਡੈਡੀਕੇਟਿਡ ਬੈੱਡ ਆ ਉਹ ਪੂਰੇ ਹੋ ਚੁੱਕੇ ਆ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਪੇਸ਼ੈਂਟਸ ਨੂੰ ਕਿੱਥੇ ਰੱਖਣਾ। ਦੂਜੀ ਗੱਲ ਇਹ ਹੈਗੀ ਆ ਵੀ ਹਿੰਦੁਸਤਾਨ ਦਾ ਜਿਹੜਾ ਹੈਲਥ ਰੈਗੂਲੇਸ਼ਨ ਆ ਉਹ ਆਪਾਂ ਕੈਨੇਡਾ ਦੇ ਨਾਲ ਨਹੀਂ ਕੰਪੇਅਰ ਸਕਦੇ, ਕਿਉਂਕਿ ਸਾਡਾ ਯੂਨੀਵਰਸਲ ਹੈਲਥ ਕੇਅਰ ਆ, ਗਵਰਨਮੈਂਟ ਅੰਡਰਟੇਕ ਕਰਦੀ ਹੈ ਸਾਰੇ ਹਸਪਤਾਲਾਂ ਨੂੰ। ਹਿੰਦੁਸਤਾਨ 'ਚ 75% ਕੇਅਰ ਪ੍ਰਾਈਵੇਟ ਹਸਪੀਟਲ ਪ੍ਰੋਵਾਈਡ ਕਰਦੇ ਆ, ਲੇਕਿਨ ਜਿਹੜਾ ਕੋਵਿਡ ਦਾ ਜਿਹੜਾ ਸਿਲਸਿਲਾ ਹੈਗਾ ਉਹਦੇ 'ਚ ਪ੍ਰਾਈਵੇਟ ਹਸਪੀਟਲ ਨੂੰ ਇਜਾਜ਼ਤ ਨਹੀਂ ਹੈਗੀ ਵੀ ਕੋਵਿਡ ਦੇ ਪੇਸ਼ੈਂਟ ਕੇਅਰ ਕਰਨ ਵਾਸਤੇ। ਸੋ ਇੱਕ ਤਾਂ ਸਾਰਾ ਬਰਡਨ 25% ਜਿਹੜੇ ਪਬਲਿਕ ਫੰਡਡ ਹਸਪੀਟਲ ਆ ਉਹਨਾਂ ਦੇ ਉੱਤੇ ਆ ਰਿਹਾ। ਦੂਜਾ, ਉਹਨਾਂ ਕੋਲ ਰਿਸੋਰਸਿਸ ਘੱਟ ਆ, ਟੈਸਟਿੰਗ ਵਾਸਤੇ ਕਿਟਸ ਘੱਟ ਆ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਘੱਟ ਆ, ਬੈਡਸ ਦੀ ਸ਼ਾਰਟੇਜ ਆ। ਸੋ ਇੱਕ ਕਿਸਮ ਦੀ ਦੁਵਿਧਾ ਹੈਗੀ ਇਸ ਵੇਲੇ। ਕੱਲ ਔਰ ਪਰਸੋਂ ਔਰ ਅੱਜ ਵੀ ਮੈਂ ਬੰਬੇ ਗੱਲ ਕਰ ਰਿਹਾ ਸੀ,
ਕੇਸਿਸ ਦੀ ਜਿਹੜੀ ਭਮਾਰ ਆ ਉਹ ਵੱਧਦੀ ਜਾ ਰਹੀ ਆ। ਉਹਨਾਂ ਕੋਲ ਰਿਸੋਰਸਿਸ ਮੈਨ ਪਾਵਰ ਤੇ ਹੈਗਾ, ਲੇਕਿਨ ਰਿਸੋਰਸਿਸ ਨਹੀਂ ਹੈਗੇ, ਫਿਜ਼ੀਕਲ ਸਪੇਸ ਨਹੀਂ ਹੈਗਾ, ਬੈੱਡ ਨਹੀਂ ਹੈਗੇ, ਔਰ ਜਿਹੜੀ ਟੈਸਟਿੰਗ ਕੈਪੈਸਿਟੀ ਆ ਉਹ ਵੀ ਲਿਮਿਟਿਡ ਹੈਗੀ ਆ, ਕਿਉਂਕਿ ਇਹ ਟੈਸਟ ਮਹਿੰਗੇ ਆ। ਜਿੱਦਾਂ ਆਪਾਂ PCR ਟੈਸਟ ਕਰਨਾ ਵਾਇਰਸ ਦਾ ਜਿਹੜਾ RNA ਉਹਨੂੰ ਐਂਪਲੀਫਾਈ ਕਰਕੇ ਦੇਖਣਾ, ਘੱਟ ਤੋਂ ਘੱਟ ਮੇਰੇ ਖਿਆਲ ਨਾਲ $100 ਦਾ ਟੈਸਟ ਪੈਂਦਾ। ਸੋ ਉਹ ਸਾਰੇ ਕਿੱਥੋਂ ਮਤਲਬ ਇਹਨੇ ਰਿਸੋਰਸਿਸ ਹੋਣਗੇ। ਸੋ ਹਿੰਦੁਸਤਾਨ ਨੂੰ ਇਸ ਸੰਕਟ ਦੇ ਵਿੱਚ ਪਤਾ ਨਹੀਂ ਕਿਸ ਮਤਲਬ ਹਾਲਾਤ ਚੋਂ ਨਿਕਲਣਾ ਪੈਣਾ। ਲੇਕਿਨ ਦੇਖੋ ਅਸੀਂ ਜਿੱਥੇ ਵੀ ਦੇਖਦੇ ਕੰਟਰੀ 'ਚ ਰੈਪਿਡਲੀ, ਭਾਵੇਂ ਨਿਊਯਾਰਕ ਦੇਖੀਏ, ਅਮਰੀਕਾ ਦੇਖੀਏ, ਰੈਪਿਡ ਵੱਧ ਕੇ ਉਹ ਪਲੇਟੋ ਹੋ ਕੇ ਫਿਰ ਥੱਲੇ ਆਉਂਦੇ ਆ। ਸੋ ਹਰ ਇੱਕ ਕੰਟਰੀ ਦਾ ਵੱਖ-ਵੱਖ ਗ੍ਰਾਫ ਹੁੰਦਾ। ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਕਿਉਂਕਿ ਸਾਡਾ ਵਾਹ ਇਹਦੇ ਨਾਲ ਸਿਰਫ 5 ਮਹੀਨੇ ਤੋਂ ਹੈਗਾ। ਪਿਛਲੇ 5 ਮਹੀਨੇ ਤੋਂ ਇਹ ਕਿੱਦਾਂ ਪ੍ਰੈਜ਼ੀਡੈਂਟ ਕਰਦਾ ਅਲੱਗ-ਅਲੱਗ ਕੰਟਰੀ 'ਚ, ਅਲੱਗ-ਅਲੱਗ ਪੋਪੂਲੇਸ਼ਨ 'ਚ। ਦੂਜੀ ਇੱਕ ਪ੍ਰੋਬਲਮ ਹਿੰਦੁਸਤਾਨ ਦੀ ਇੱਕ ਸਾਹਮਣੇ ਇੱਕ ਹੋਰ ਆ ਰਹੀ ਹੈ। ਮੇਰਾ ਇੱਕ ਨਾ ਫਰੈਂਡ ਹੈਗਾ, ਉਹ ਟੀਵੀ ਦਾ ਬਹੁਤ ਵੱਡਾ ਪ੍ਰੋਫੈਸਰ ਹੈਗਾ। ਉਹ ਜ਼ਿਆਦਾ ਵਰੀਡ ਹੈ ਕਿਉਂਕਿ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਟਿਊਬਰਕਲੋਸਿਸ, ਜਿਹਨੂੰ ਆਪਾਂ TB ਕਹਿੰਦੇ ਆ, ਫੇਫੜਿਆਂ ਦਾ ਇਨਫੈਕਸ਼ਨ ਹੁੰਦਾ। ਉਹ ਡਰ ਰਿਹਾ ਵੀ ਜਦੋਂ ਕੋਵਿਡ TB ਵਾਲੇ ਪੇਸ਼ੈਂਟਾਂ ਨੂੰ ਹੋਏਗਾ, ਆਲਰੇਡੀ ਉਹ ਵਿਚਾਰੇ ਕਮਜ਼ੋਰ ਹੁੰਦੇ, ਆਲਰੇਡੀ ਉਹ ਦਵਾਈਆਂ 4-4 ਲੈ ਰਹੇ ਹੁੰਦੇ TB ਦੀਆਂ, ਵੀ ਉਹਨਾਂ ਦਾ ਕੀ ਹਸ਼ਰ ਹੋਊਗਾ। ਕਿਉਂਕਿ ਜਿਹੜੇ ਆਪਣਾ ਕੈਨੇਡਾ ਦੇ ਵਿੱਚ TB ਬਹੁਤ ਰੇਅਰ ਹੈਗਾ। TB ਆਉਂਦੀ ਆ ਤੇ ਇਮੀਗ੍ਰੈਂਟ ਪੋਪੂਲੇਸ਼ਨ ਲੈ ਕੇ ਆਉਂਦਾ ਜਾਂ ਟਰੈਵਲਰਸ ਲੈ ਕੇ ਆਉਂਦੇ, ਇੱਥੇ ਨਹੀਂ ਹੈਗੇ। ਹੋਰ ਵੀ ਵਿਕਸਿਤ ਮੁਲਕਾਂ 'ਚ TB ਆਲਮੋਸਟ ਡੈਡ ਹੈ। ਖਾਲੀ ਉਹ ਜਿਹੜੇ ਡਰਗ ਯੂਜ਼ਰਸ ਆ, ਜਿਹੜੇ HIV ਵਾਲੇ ਆ, ਜਾਂ ਜਿਹੜੇ ਬਾਹਰੋਂ ਆਉਂਦੇ ਆ, ਉਹਨਾਂ ਨੂੰ ਉੱਕਾ ਪੁੱਕਾ ਹੁੰਦੇ ਆ। ਮੈਂ ਅਗਰ ਦੇਖਾਂ ਪੀਡੀਆਟ੍ਰਿਕਸ 'ਚ ਮੇਰੇ ਪ੍ਰੈਕਟਿਸ 'ਚ ਸਾਲ 'ਚ ਮੇਬੀ 2 ਜਾਂ 3 ਬੱਚੇ ਜਿਹਦੇ ਵਿੱਚ ਮੈਂ ਡਾਇਗਨੋਸ ਕਰਦਾ। ਮੈਂ ਕਿਉਂਕਿ TB ਨੂੰ ਦੇਖਿਆ ਬੰਬੇ, ਇਸ ਲਈ ਮੇਰੀ ਉਹ ਜਿਹੜੇ ਐਂਟੀਨਾ ਉਹ ਸ਼ਾਰਪ ਹੁੰਦੇ ਆ ਵੀ ਇਹ ਬੱਚਾ ਟਰੈਵਲ ਕਰਕੇ ਆਇਆ, ਇਹਦੇ ਲੱਛਣ ਸਸਪੈਕਟਡ ਆ, ਤੇ ਅਸੀਂ ਉਹ ਟੈਸਟ ਵਗੈਰਾ ਕਰਦੇ ਆ। ਹਿੰਦੁਸਤਾਨ 'ਚ ਟਿਊਬਰਕਲੋਸਿਸ ਬਹੁਤ ਕਾਮਨ ਹੈਗਾ ਅਜੇ ਵੀ। ਬਹੁਤ ਲੋਕਾਂ ਨੂੰ ਜਿਹੜੀ ਜਿੱਦਾਂ ਹੁਣ ਦੇਖੋ ਆਪਾਂ ਜਦੋਂ ਨਕਾਬ ਪਾਉਂਦੇ ਆ, ਬੁਰਖਾ ਪਾਉਂਦੇ ਆ, ਅਗਰ ਉਹਦੇ 'ਚ TB ਹੈਗੀ ਆ ਤੇ ਫਿਰ ਉਹਦੀ ਟਰਬਲ ਬਹੁਤ ਹੈਗੀ ਆ, ਕਿਉਂਕਿ ਇਹ ਬਹੁਤ ਰੈਪਿਡਲੀ ਸਪਰੈਡ ਹੁੰਦਾ। ਹੁੱਕਾ ਜਿਹੜਾ ਹੈਗਾ ਇੱਕ ਦੂਜੇ ਦਾ ਪੀਣਾ, ਉਹਦਾ TB ਸਪਰੈਡ ਹੁੰਦਾ। ਸਾਡੇ ਕਲਚਰਲ ਪ੍ਰੈਕਟਿਸਿਸ ਬਹੁਤ ਐਬਨੋਰਮਲ ਹੈ ਕਈ ਕਲਚਰਸ ਦੇ, ਔਰ ਇਹ ਉਹਦੀ ਵਰੀ ਸੀ ਡਾਕਟਰ ਉਹਨਾਂ ਦੀ ਵੀ TB ਵਾਲਿਆਂ ਨੂੰ ਅਗਰ ਕੋਵਿਡ ਹੋਇਆ ਤਾਂ ਉਹਨਾਂ ਦਾ ਕੀ ਅਸਰ ਹੋਊਗਾ। ਸੋ ਆਉਣ ਵਾਲੇ ਟਾਈਮ 'ਚ ਅਸੀਂ ਜਿਉਂ-ਜਿਉਂ ਰਿਪੋਰਟਾਂ ਮਿਲਣਗੀਆਂ ਉਹ ਵੀ ਸਾਂਝਾ ਕਰਾਂਗੇ। ਲੇਕਿਨ ਮੈਂ ਤਾਂ ਇਹ ਕਹਿ ਸਕਦਾ ਵੀ ਅਗਰ ਅਸੀਂ ਉਹਨਾਂ ਦੀ ਫਿਜ਼ੀਕਲੀ ਹੈਲਪ ਕਰ ਸਕਦੇ ਹਾਂ, PPE ਇਕਵਿਪਮੈਂਟ ਵਾਸਤੇ ਹੈਲਪ ਕਰ ਸਕਦੇ ਹਾਂ, ਪੈਸੇ ਦੇ ਤੌਰ ਤੇ ਹੈਲਪ ਕਰ ਸਕਦੇ ਹਾਂ, ਤੇ ਪਲੀਜ਼ ਕਰੀਏ। ਕਿਉਂਕਿ ਤੁਹਾਨੂੰ ਪਤਾ ਜਦੋਂ ਚਾਈਨਾ 'ਚ ਹੋਇਆ ਤੇ ਚਾਈਨਾ ਵਾਲਿਆਂ ਨੇ ਸਾਰੀ ਕੰਟਰੀਆਂ ਤੋਂ PPE ਪਹਿਲਾਂ ਮੰਗਾ ਲਿਆ। ਉਹ ਕੈਨੇਡਾ ਨੇ ਵੀ ਉਹ 16 ਟਨ ਉੱਥੋਂ ਦਾਨ ਕੀਤਾ ਸੀ, ਪਤਾ ਨਹੀਂ ਸੀ ਵੀ ਸਾਨੂੰ ਵੀ ਲੋੜ ਪੈਣੀ ਆ। ਪਹਿਲਾਂ ਅਸੀਂ ਦਾਨ ਕਰ ਬੈਠੇ, ਫਿਰ ਅਸੀਂ ਵੀ ਲੱਭਣ ਦੇ ਸੀ PPE ਵਾਸਤੇ। ਸੋ ਅਗਰ ਸਾਡੇ ਕੋਲ ਐਕਸਟਰਾ ਹੈਗਾ ਤਾਂ ਸਾਨੂੰ ਭੇਜਣਾ ਚਾਹੀਦਾ। ਡਾਕਟਰ ਸਾਹਿਬ, ਆਖਰੀ ਸਵਾਲ, ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਉਸ ਵੇਲੇ 2 ਮਤ ਲੋਕਾਂ ਦੇ ਸੀਗੇ। ਇੱਕ ਮਤ ਇਹ ਕਹਿੰਦਾ ਸੀ ਵੀ ਇੱਕ ਸਧਾਰਨ ਬੁਖਾਰ ਆ, ਬਾਕੀ ਜ਼ੁਕਾਮ ਵਰਗਾ ਇਹ ਜ਼ੁਕਾਮ ਆ, ਇਹ ਬਹੁਤ ਸਾਰੇ ਲੋਕਾਂ ਨੂੰ ਹੋਣਾ, ਇਹਦੇ ਤੋਂ ਲੋਕ ਠੀਕ ਹੋ ਜਾਣੇ ਆ। ਦੂਜੇ ਜਿਹੜੀ ਧਿਰ ਵਾਲੇ ਲੋਕ ਇਹ ਕਹਿੰਦੇ ਸੀ ਵੀ ਨਹੀਂ, ਇਹ ਬਹੁਤ ਮਾਰੂ ਵਾਇਰਸ ਆ, ਇਹਦੇ ਨਾਲ ਬਹੁਤ ਤਬਾਹੀ ਹੋਊਗੀ ਦੁਨੀਆ 'ਤੇ, ਮਿਲੀਅਨ ਜਿਹੜੀਆਂ ਡੈਥਸ ਹੋ ਜਾਣਗੀਆਂ ਜੇ ਇਹਦਾ ਖਿਆਲ ਨਾ ਰੱਖਿਆ ਗਿਆ। ਜਿਹੜੀ ਪਹਿਲੀ ਧਿਰ ਵਾਲੇ ਲੋਕ ਸੀ ਉਹ ਵੀ ਕਹਿੰਦੇ ਸੀ ਵੀ 25,000 ਬੰਦਾ ਪੂਰੀ ਦੁਨੀਆ ਦੇ ਵਿੱਚ ਭੁੱਖ ਨਾਲ ਰੋਜ਼ ਮਰਦਾ, ਤੇ ਹੁਣ ਤੱਕ 3,24,000 ਮੌਤਾਂ ਇਹਦੇ ਨਾਲ ਹੋਈਆਂ, ਇਸ ਵਾਇਰਸ ਦੇ ਨਾਲ। ਵੀ ਇਹਨੂੰ ਕੁਛ ਲੋਕ ਇਹ ਵੀ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਵੀ ਇਹ ਮੀਡੀਆ ਦਾ ਪਾਇਆ ਰੌਲਾ ਆ, ਵੀ ਕਿਸੇ ਮੀਡੀਆ ਵਾਲੇ ਨੂੰ ਇਹ ਵਾਇਰਸ ਨਹੀਂ ਹੋਇਆ, ਇਹ ਸਿਰਫ ਮੀਡੀਆ ਵਾਲੇ ਜਾਂ ਕੁਛ ਗਿਣੀ ਮਿੱਥੀ ਸਾਜ਼ਿਸ਼ ਤਹਿਤ ਇੱਕ ਰੌਲਾ ਸੀ। ਵੈਸੇ ਵੀ ਦੁਨੀਆ ਦੇ ਵਿੱਚ ਨਜ਼ਲੇ ਜ਼ੁਕਾਮ ਦੇ ਨਾਲ ਇੰਨੇ ਕੁ ਲੋਕ ਮਰ ਜਾਂਦੇ ਆ, ਇਹਦੇ ਬਾਰੇ ਕੁਝ ਸਪਸ਼ਟ ਕਰੋਗੇ ਜੀ? ਦੇਖੋ ਇਹਦੇ ਨਾਲ 2 ਧਿਰ ਹੈਗੇ ਆ। ਵੀ ਪਹਿਲੀ ਗੱਲ, ਅਸੀਂ ਜਿਹੜੇ ਨੰਬਰਸ ਦੇਖ ਰਹੇ ਆ, ਖਾਸ ਕਰਕੇ ਜਿਹੜੀ ਕੰਟਰੀਆਂ ਬਿਲਕੁਲ ਐਕੂਰੇਸੀ ਰੱਖਦੀਆਂ, ਮੈਂ ਇਹਦੇ ਵਿੱਚ ਚਾਈਨਾ ਨੂੰ ਐਕਸਕਲੂਡ ਕਰੂੰਗਾ ਕਿਉਂਕਿ ਉਹਨਾਂ ਨੇ ਡੇਟਾ ਸਾਨੂੰ ਰੋਂਗ ਦੱਸਿਆ ਪਹਿਲਾਂ। ਚਲੋ ਇੱਕ ਕੰਟਰੀ ਨੂੰ ਪਰਾਂ ਕਰ ਦਿਓ। ਕਰੀਬਨ 5 ਮਿਲੀਅਨ ਦੇ ਲਾਗੇ ਹੁਣ ਕੇਸਿਸ ਆ ਗਏ, 2 ਮਿਲੀਅਨ ਰਿਕਵਰ ਵੀ ਹੋ ਗਏ 40%, ਔਰ ਜਿੱਦਾਂ ਤੁਸੀਂ 3,24,000 ਦੱਸਿਆ ਵੀ ਲੋਕਾਂ ਦੀ ਮੌਤ ਹੋਈ ਆ। ਕੈਨੇਡਾ ਦੀ ਗੱਲ ਮੈਂ ਕਰਦਾ, ਸਾਡੀਆਂ ਮੌਤਾਂ 6,000 ਦੇ ਲਾਗੇ ਅੱਜ ਅੱਪੜ ਗਈਆਂ, 80,000 ਕੇਸਿਸ ਆ, ਲੇਕਿਨ ਸਾਡੇ 40,000 ਰਿਕਵਰ ਹੋ ਗਏ, 50% ਰਿਕਵਰ ਵੀ ਹੋ ਗਏ। ਪਿਛਲੇ ਵਾਰੇ ਜਿਹੜਾ ਰੈਗੂਲਰ ਇਨਫਲੂਐਂਜ਼ਾ ਜਾਂ ਫਲੂ ਆ ਉਹਦੇ ਨਾਲ 3,500 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਵੀ ਜਦੋਂ ਡੇਟਾ ਆਏਗਾ ਲਗਭਗ ਸੇਮ ਹੋਊਗੀ। 8,355 ਲੋਕਾਂ ਦੀ ਨਿਮੋਨੀਆ ਕਰਕੇ, ਹੋਰ ਚੈਸਟ ਪ੍ਰੋਬਲਮ ਕਰਕੇ ਮੌਤ ਹੋਈ ਸੀ ਕੈਨੇਡਾ ਦੇ ਵਿੱਚ, ਔਰ ਹਰ ਸਾਲ ਹੁੰਦੀ ਆ ਰਹੀ ਆ। ਟਰਬਲ ਇਹ ਹੈਗਾ ਵੀ ਇਹ ਵਾਇਰਸ ਬਹੁਤ ਜ਼ਿਆਦਾ ਇਨਫੈਕਸ਼ੀਅਸ ਆ, ਇਹ ਸਪਰੈਡ ਬਹੁਤ ਫਾਸਟ ਹੁੰਦਾ। ਜਿਹੜਾ ਸਾਰਸ ਦਾ ਵਾਇਰਸ ਸੀ ਜਾਂ ਮਰਸ ਦਾ ਵਾਇਰਸ ਸੀ, ਜਿਹੜਾ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ,
ਉਹ ਇੰਨਾ ਫਾਸਟ ਸਪਰੈਡ ਨਹੀਂ ਹੁੰਦਾ ਸੀ, ਔਰ ਜਿਹਨੂੰ ਹੁੰਦਾ ਸੀ ਠੀਕ ਹੈ 10% ਸਾਰਸ ਤੇ ਕਰੀਬਨ 25-30% ਮਰਸ ਘਾਤਕ ਸੀ, ਜੀ ਲੇਕਿਨ ਇਹ ਬਹੁਤ ਜ਼ਿਆਦਾ ਇਨਫੈਕਟ ਕਰਦਾ। ਔਰ ਅਸੀਂ ਇਹ ਦੇਖਿਆ 90-92% ਲੋਕੀ ਬਹੁਤ ਮਾਈਲਡ ਸਿੰਪਟਮ ਹੁੰਦੇ, ਘਰੇ ਠੀਕ ਹੋ ਜਾਂਦੇ ਆ, ਕੁਝ ਐਡਮਿਟ ਹੁੰਦੇ ਔਰ ਕੁਝ ਆਈਸੀਯੂ 'ਚ ਜਾਂਦੇ ਔਰ ਕੁਝ ਮੌਤਾਂ ਹੁੰਦੀਆਂ। ਲੇਕਿਨ ਹੁਣ ਇਹ ਜਿਹੜੇ ਸਾਰਾ ਪਸਾਰਾ ਹੋ ਗਿਆ ਪੈਂਡੇਮਿਕ ਦਾ, ਉਹਦੇ ਬਾਅਦ ਕੈਲਕੂਲੇਸ਼ਨ ਕੀਤਾ ਜਾਊਗਾ। ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਆ ਉਹਦੇ ਬਾਰੇ ਠੀਕ ਆ, ਹੁਣ ਮੀਡੀਆ ਦਾ ਯੁੱਗ ਹੈਗਾ, ਉਹਨਾਂ ਨੇ ਐਜੂਕੇਸ਼ਨ ਕਰਨੀ ਆ, ਔਰ ਲਗਭਗ ਸਾਰੇ ਕੰਟਰੀਆਂ 'ਚ ਨੰਬਰ 1 ਨਿਊਜ਼ ਇਹੀ ਚੱਲਦੀ ਆ, ਹਰ ਇੱਕ WhatsApp ਗਰੁੱਪ 'ਚ ਨੰਬਰ 1 ਨਿਊਜ਼ ਇਹੀ ਚੱਲਦੀ ਆ। ਅਸੀਂ ਕਾਫੀ ਉਸ ਸਮੇਂ 'ਚ ਰਹਿ ਰਹੇ ਆ ਜਿੱਥੇ ਟੈਕਨੋਲੋਜੀ ਬੜੀ ਈਜ਼ੀ ਹੋ ਗਈ ਆ। ਦੂਜੀ ਗੱਲ ਹੈਗੀ ਆ ਵੀ ਇਹਦੇ ਲਈ ਅਗਰ ਆਪਾਂ ਆਖੀਏ ਜਿਹੜਾ ਵਲਨਰੇਬਲ ਪੋਪੂਲੇਸ਼ਨ ਆ, 79% ਮੌਤਾਂ ਹੋਈਆਂ ਕੈਨੇਡਾ 'ਚ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਆ। ਇਵਨ ਇਟਲੀ 'ਚ ਸੇਮ ਡੇਟਾ ਆਉਂਦਾ, ਕਿਊਬੈਕ 'ਚ 90% ਡੈਥ ਜਿਹੜਾ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਆ ਰਿਹਾ। ਸੋ ਉਹ ਪੋਪੂਲੇਸ਼ਨ ਜਿਹੜਾ ਹੈਗਾ ਸਾਡੇ ਕੋਲ ਸਾਂਭ ਨਹੀਂ ਹੋਇਆ, ਔਰ ਉਹੀ ਪੋਪੂਲੇਸ਼ਨ ਹੈਗਾ ਜਿਹੜਾ ਇਨਫਲੂਐਂਜ਼ਾ ਦੇ ਨਾਲ ਤੇ ਹੋਰ ਚੈਸਟ ਇਨਫੈਕਸ਼ਨ ਦੇ ਨਾਲ ਵੀ ਹਰ ਸਾਲ ਫੌਤ ਹੁੰਦਾ ਜਾਂ ਮਰਦਾ ਵੀ ਹੈਗਾ। ਸੋ ਸਾਨੂੰ ਰਿਫਾਰਮਸ ਲੈ ਕੇ ਆਉਣੇ ਪੈਣੇ ਆ। ਸਾਨੂੰ ਜਿਹੜਾ ਐਟ ਰਿਸਕ ਪੋਪੂਲੇਸ਼ਨ ਹੈ ਉਹਦੇ ਲਈ ਗਾਈਡਲਾਈਨਸ ਜ਼ਿਆਦਾ ਲੈ ਕੇ ਆਉਣੀ ਪੈਣੀ ਆ। ਹਾਂ, ਇਕਨੋਮੀ ਵੀ ਬੰਦ ਕਰਨੀ ਪਈ, ਸਾਰਾ ਕੁਝ ਕਰਨਾ ਪਿਆ ਤਾਂ ਕਿ ਇਹਦਾ ਜਿਹੜਾ ਪਸਾਰਾ ਜਿਹੜਾ ਹੈਗਾ ਉਹ ਥੱਲੇ ਆਵੇ। ਇਹ ਕਿਉਂ ਹੋਇਆ? ਕਿਉਂਕਿ ਇਟਲੀ 'ਚ ਜਦੋਂ ਆਪਾਂ ਦੇਖੀਏ ਉੱਥੇ ਨਾ ਉਹਨਾਂ ਕੋਲ ਬੈੱਡ ਮਿਲ ਰਿਹਾ ਸੀ, ਨਾ ਵੈਂਟੀਲੇਟਰ ਮਿਲ ਰਿਹਾ ਸੀ। ਬਜ਼ੁਰਗ ਇੱਕ ਪਾਦਰੀ ਸੀ, ਉਹਨੇ ਆਪਣੀ ਜਾਨ ਕੁਰਬਾਨ ਕਰਕੇ ਕਿ ਯੂਥ ਨੂੰ ਵੈਂਟੀਲੇਟਰ ਦਿੱਤਾ ਸੀ, ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਨਿਊਜ਼। ਸੋ ਉਹ ਜੀ ਜਿਹੜੀਆਂ ਗੱਲਾਂ ਆ, ਠੀਕ ਹੈ, ਮੈਂ ਮੰਨਦਾ ਵੀ ਕੈਨੇਡਾ ਦੇ ਵਿੱਚ, ਇਵਨ ਅਮਰੀਕਾ 'ਚ ਨਹੀਂ ਵਾਪਰੀਆਂ, ਉਹਨਾਂ ਕੋਲ ਇਨਫ ਵੈਂਟੀਲੇਟਰ ਸੀ, ਇਨਫ ਰੂਮ ਸੀ, ਮੈਨ ਪਾਵਰ ਸੀ, ਠੀਕ ਹੈ, ਪਸਾਰਾ ਬਹੁਤ ਹੋਇਆ, ਲੇਕਿਨ ਅਸੀਂ ਕੋਪ ਕਰ ਪਾਏ। ਦੇਖੋ, ਕੋਈ ਵੀ ਚੀਜ਼ ਨਵੀਂ ਹੁੰਦੀ ਉਹਦਾ ਪਤਾ ਨਹੀਂ ਹੁੰਦਾ। ਤੁਹਾਨੂੰ ਪਤਾ ਇੱਥੇ ਕੈਨੇਡਾ ਪਲੇਸ ਆ, ਉਹਦੇ ਵਿੱਚ ਵੀ ਅਸੀਂ 270 ਬੈੱਡ ਦਾ ਹਸਪੀਟਲ ਬਣਾ ਕੇ ਬੈਠੇ ਹੋਏ ਸੀ ਵੀ ਸ਼ਾਇਦ ਉਹਦੀ ਵੀ ਲੋੜ ਪਏ, ਲੇਕਿਨ ਕੁਦਰਤੀ ਇੰਨਾ ਪਸਾਰਾ ਨਹੀਂ ਹੋਇਆ ਕਿਉਂਕਿ ਅਸੀਂ ਫਿਜ਼ੀਕਲ ਡਿਸਟੈਂਸ ਲਾਕਡਾਊਨ ਕਰ ਲਿੱਤੀ, ਹੈਂਡ ਵਾਸ਼ਿੰਗ ਜਿਹੜਾ ਪ੍ਰੋਟੈਕਸ਼ਨ ਹੈਗਾ ਉਹਦੇ ਉੱਤੇ ਗਏ। ਲੇਕਿਨ ਸਾਨੂੰ ਇਸ ਤੋਂ ਸਿੱਖ ਕੇ ਅੱਗੇ ਹੋਣਾ ਚਾਹੀਦਾ ਵੀ ਅਸੀਂ ਲੋ ਗ੍ਰੇਡ ਇਹ ਵਾਇਰਸ ਰਹੂਗਾ ਕਮਿਊਨਿਟੀ 'ਚ, ਐਡਮਿਟ ਵੀ ਹੋਣਗੇ ਲੋਕੀ, ਆਈਸੀਯੂ 'ਚ ਵੀ ਜਾਣਗੇ, ਕੁਛ ਇੱਦਾਂ ਮੌਤਾਂ ਵੀ ਹੋਣਗੀਆਂ, ਲੇਕਿਨ ਸਾਨੂੰ ਇੱਦਾਂ ਆ ਵੀ ਇਸ ਤੋਂ ਸਬਕ ਮਿਲਿਆ, ਸਿੱਖਣ ਨੂੰ ਮਿਲਿਆ, ਔਰ ਅਸੀਂ ਅਜੇ ਸਿੱਖੇ ਜਾ ਰਹੇ ਹਾਂ। ਅਸੀਂ ਇਸ ਵਾਇਰਸ ਦੀ ਮਿਊਟੇਸ਼ਨਸ ਹੋ ਰਹੀਆਂ, ਕੇਸ ਏਰੀਆ 'ਚ ਬੜਾ ਮਾਈਲਡ ਰਹਿੰਦਾ, ਕੇਸ 'ਚ ਬਹੁਤ ਘਾਤਕ ਹੁੰਦਾ। ਸੋ ਇਹਦੀ ਵੱਖ-ਵੱਖ ਏਰੀਏ 'ਚ ਮਿਊਟੇਸ਼ਨਸ ਵੀ ਹੈਗੀਆਂ। ਸੋ ਇਹਦਾ ਸੁਭਾਅ ਜਿਹੜਾ ਹੈਗਾ ਸਾਇੰਸ ਸਿਰਫ 5 ਮਹੀਨਿਆਂ ਤੋਂ ਜਾਣਦੀ ਆ, ਹੋਰ ਜਾਣੇਗੀ ਤੇ ਹੋਰ ਇਨਫੋਰਮੇਸ਼ਨ ਮਿਲੂਗਾ। ਡਾਕਟਰ ਸਾਹਿਬ, ਬਹੁਤ-ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਸਮਾਂ ਕੱਢਦੇ ਹੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ। ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬਹੁਤ-ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਹੁਣ ਕਾਫੀ ਗੁੱਡ ਸਮਾਂ ਆ ਗਿਆ ਔਰ ਅਸੀਂ ਫੇਸ 2 ਚ ਆ ਰਹੇ, ਲੇਕਿਨ ਸਭ्य ਰਹਿਣਾ, ਸ਼ਾਂਤ ਰਹਿਣਾ, ਔਰ ਅਸੀਂ ਜੋ ਕਰ ਰਹੇ ਸੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਫਿਜ਼ੀਕਲ ਡਿਸਟੈਂਸ, ਹੈਂਡ ਵਾਸ਼ਿੰਗ, ਉਹ ਸਾਰਾ ਜਾਰੀ ਰੱਖੋ। ਥੈਂਕ ਯੂ। ਸ਼ੁਕਰੀਆ ਜੀ। ਦੋਸਤੋ, ਇਸ ਹਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।